dear students, welcome back to my YouTube channel. So let's discuss next topic of unit 10th. So बच्चे most important topic of full wave rectifier. So rectifier ਦੀ definition and half wave rectifier ਅਸੀਂ ਲਾਸਟ ਵੀਡੀਓ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ। ਸੋ ਇਸ ਵੀਡੀਓ ਦੇ ਵਿੱਚ ਬੱਚੇ ਅਸੀਂ ਕਰਾਂਗੇ ਫੁੱਲ ਵੇਵ ਰੈਕਟੀਫਾਇਰ ਵਿਚ ਇਜ਼ ਮੋਸਟ ਇੰਪੋਰਟੈਂਟ ਟੌਪਿਕ, ਜਿਹੜਾ ਕਿ ਰਾਜੇ ਆਪਾਂ ਇਹ ਕਹਿ ਸਕਦੇ ਹਾਂ ਕਿ 80 to 90% ਚਾਂਸਿਸ ਹੈ ਕਿ ਰੈਕਟੀਫਾਇਰ ਜਿਹੜਾ ਤੁਹਾਡੇ ਐਗਜ਼ਾਮ ਦੇ ਵਿੱਚ ਪੁੱਛ ਲਿਆ ਜਾਵੇ। ਸੋ ਹਾਫ ਵੇਵ ਔਰ ਫੁੱਲ ਵੇਵ ਦੇ ਵਿੱਚੋਂ ਬੱਚੇ ਫੁੱਲ ਵੇਵ ਜ਼ਿਆਦਾ ਇੰਪੋਰਟੈਂਟ ਆ। ਸੋ ਚਲੋ ਡਿਸਕਸ ਕਰਦੇ ਹਾਂ ਜੰਕਸ਼ਨ ਡਾਇਓਡ ਐਜ਼ ਅ ਫੁੱਲ ਵੇਵ ਰੈਕਟੀਫਾਇਰ। A rectifier which convert both the half of AC into DC। ਸੋ ਜਿੱਦਾਂ ਬੱਚੇ ਅਸੀਂ ਲਾਸਟ ਵੀਡੀਓ ਦੇ ਵਿੱਚ ਕਰ ਚੁੱਕੇ ਹਾਂ ਕਿ ਰੈਕਟੀਫਾਇਰ ਕੀ ਹੈ, ਇੱਕ ਇੱਦਾਂ ਦਾ ਡਿਵਾਈਸ ਆ ਜੋ AC ਨੂੰ DC ਦੇ ਵਿੱਚ ਕਨਵਰਟ ਕਰਦਾ। ਸੋ AC ਇਨਪੁਟ ਨੂੰ ਸੋਰਸ ਨੂੰ ਜਿਹੜਾ DC ਆਊਟਪੁੱਟ ਦੇ ਵਿੱਚ ਬੱਚੇ ਕਨਵਰਟ ਕਰਦਾ, ਦੈਟ ਇਜ਼ ਅ ਰੈਕਟੀਫਾਇਰ। ਫੁੱਲ ਵੇਵ ਰੈਕਟੀਫਾਇਰ ਕੀ ਹੋਏਗਾ, ਆ ਤੁਹਾਡਾ AC ਸਿਗਨਲ ਹੈ। ਹਾਫ ਦੇ ਵਿੱਚ ਬੱਚੇ ਕੀ ਸੀ, ਹਾਫ ਦੇ ਵਿੱਚ ਸਿਰਫ ਇੱਕ ਹਾਫ ਜਿਹੜਾ ਆ ਰੈਕਟੀਫਾਈ ਹੁੰਦਾ ਸੀ, ਸੈਕਿੰਡ ਵਾਲਾ ਜਿਹੜਾ ਆ ਰੈਕਟੀਫਾਈ ਨਹੀਂ ਹੁੰਦਾ ਸੀ। ਹੁਣ ਅਸੀਂ ਫੁੱਲ ਵੇਵ ਦੀ ਗੱਲ ਕਰ ਰਹੇ ਹਾਂ। ਫੁੱਲ ਵੇਵ ਦੇ ਵਿੱਚ ਬੱਚੇ ਅਸੀਂ ਜਦੋਂ ਪੋਜ਼ੀਟਿਵ ਸੈਂਡ ਕਰਾਂਗੇ ਉਦੋਂ ਵੀ ਰੈਕਟੀਫਾਈ ਹੋਏਗਾ, ਜਦੋਂ ਨੈਗੇਟਿਵ ਸੈਂਡ ਕਰਾਂਗੇ ਤਾਂ ਉਦੋਂ ਵੀ। ਸੋ ਸਾਡੇ ਕੋਲ ਜਿਹੜਾ ਆ ਫੁੱਲ ਵੇਵ ਮਤਲਬ ਕਿ ਹਰ ਪਾਸੇ ਜਿਹੜੀ ਸਾਨੂੰ ਪ੍ਰੋਪਰ ਆਊਟਪੁੱਟ ਮਿਲੇਗੀ। ਸੋ ਆਪਾਂ ਡਿਸਕਸ ਕਰਦੇ ਹਾਂ ਕਿਸ ਤਰੀਕੇ ਨਾਲ ਮਿਲੇਗੀ। The AC input signal is feed to the primary coil of the transformer। ਸਭ ਤੋਂ ਪਹਿਲਾਂ ਕੀ ਕੀਤਾ ਬੱਚੇ, ਅਸੀਂ ਡਾਇਗਰਾਮ ਦੇਖ ਰਹੇ ਹਾਂ। ਡਾਇਗਰਾਮ ਪਹਿਲਾਂ ਬਣਾਉਣੀ ਸਿੱਖ ਲਓ, ਕਿਸ ਤਰੀਕੇ ਨਾਲ ਅਸੀਂ ਡਾਇਗਰਾਮ ਡਰਾ ਕਰਾਂਗੇ। ਇਸ ਤਰੀਕੇ ਨਾਲ ਰਾਜੇ ਦੋ ਪਹਿਲਾਂ ਕੋਇਲਸ ਲੈ ਲਈਆਂ, ਇੱਕ ਪ੍ਰਾਇਮਰੀ ਕੋਇਲ ਔਰ ਇੱਕ ਸੈਕੰਡਰੀ ਕੋਇਲ। ਪ੍ਰਾਇਮਰੀ ਕੋਇਲ ਨੂੰ ਕਨੈਕਟ ਕਰਾਂਗੇ AC ਸੋਰਸ ਦੇ ਨਾਲ। ਦੈਨ ਜਿਹੜਾ ਸੈਕੰਡਰੀ ਕੋਇਲ ਆ ਰਾਜੇ ਉਹਨੂੰ ਦੋ ਡਾਇਓਡਸ ਲਗਾਵਾਂਗੇ, D1 ਐਂਡ D2। ਹੁਣ ਦੋਨਾਂ ਦੀ ਆਊਟਪੁੱਟ ਸਾਨੂੰ ਕਿਤੇ ਨਾ ਕਿਤੇ ਚਾਹੀਦੀ ਆ। ਸੋ ਸੈਂਟਰ ਦੇ ਵਿੱਚ ਅਸੀਂ ਲੈ ਲਈ ਲੋਡ ਰੈਜ਼ਿਸਟੈਂਸ RL। ਸੋ ਬੱਚੇ ਧਿਆਨ ਨਾਲ ਡਾਇਗਰਾਮ ਬਣਾਉਣੀ ਸਿੱਖ ਲਓ। ਡਾਇਗਰਾਮ ਮੋਸਟ ਇੰਪੋਰਟੈਂਟ ਆ। ਡਾਇਗਰਾਮ ਨਹੀਂ ਬਣਾਉਣੀ ਆਉਂਦੀ ਹੋਏਗੀ ਤਾਂ ਕਹਿ ਲਓ ਤੁਹਾਡਾ ਆਰਟੀਕਲ ਚੈੱਕ ਨਹੀਂ ਹੋਏਗਾ। ਸੋ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ, ਸਟੈਪ ਡਾਊਨ ਟਰਾਂਸਫਾਰਮਰ। ਸੋ ਸਟੈਪ ਡਾਊਨ ਦੇ ਵਿੱਚ ਕੀ ਹੋਏਗਾ, ਪ੍ਰਾਇਮਰੀ ਕੋਇਲ ਦੇ ਵਿੱਚ ਬੱਚੇ ਨੰਬਰ ਆਫ ਟਰਨਸ ਜ਼ਿਆਦਾ ਹੋਣਗੀਆਂ ਔਰ ਸੈਕੰਡਰੀ ਦੇ ਵਿੱਚ ਨੰਬਰ ਆਫ ਟਰਨਸ ਘੱਟ ਹੋਣਗੀਆਂ, ਕਿਉਂਕਿ ਇਹ ਸਾਡੀ ਪਹਿਲੀ ਕੋਇਲ ਆ। ਸੋ ਦਿਸ ਇਜ਼ ਅ ਪ੍ਰਾਇਮਰੀ ਕੋਇਲ ਔਰ ਇੱਥੇ ਲਗਾਤਾ ਅਸੀਂ AC ਸੋਰਸ। ਸੋ ਇਹ ਕੀ ਲਗਾਤਾ, AC ਸੋਰਸ। ਸੈਕੰਡਰੀ ਕੋਇਲ ਦੇ ਵਿੱਚ ਕੀ ਆ, ਨੰਬਰ ਆਫ ਟਰਨਸ ਕੀ ਹੋਣਗੀਆਂ, ਘੱਟ ਹੋਣਗੀਆਂ। ਸੋ ਆ ਲਗਾਤੀ ਸੈਕੰਡਰੀ ਕੋਇਲ। ਹੁਣ ਅਸੀਂ ਕੀ ਕੀਤਾ ਰਾਜੇ, ਦੋ ਡਾਇਓਡਸ ਲਗਾਏ ਆ। ਇੱਕ ਡਾਇਓਡ ਉੱਪਰ ਲਗਾਤਾ ਔਰ ਇੱਕ ਡਾਇਓਡ ਨੀਚੇ ਲਗਾਤਾ, ਇਸ ਤਰੀਕੇ ਨਾਲ। ਠੀਕ ਹੈ ਜੀ। ਸੋ ਆਊਟਪੁੱਟ ਹੁਣ ਅਸੀਂ ਕਿੱਥੇ ਲਵਾਂਗੇ, ਸੋ ਆਊਟਪੁੱਟ ਧਿਆਨ ਨਾਲ ਦੇਖ ਲਓ ਰਾਜੇ। ਅਸੀਂ ਕੀ ਕੀਤਾ, ਸੈਂਟਰ ਵਿੱਚ ਇੱਕ ਵਾਇਰ ਲਿੱਤੀ, ਇੱਥੇ ਲੋਡ ਰੈਜ਼ਿਸਟੈਂਸ RL ਲੈ ਲਿਆ। ਸੋ ਇੱਥੇ ਜਿਹੜੀ ਆ ਅਸੀਂ ਆਪਣੀ ਆਊਟਪੁੱਟ ਲਵਾਂਗੇ RL ਦੇ ਅਕਰੋਸ। ਸੋ ਆ ਕੀ ਹੈ ਬੱਚੇ, AC ਸੋਰਸ, ਇੱਥੇ ਕੀ ਆਏਗੀ DC ਆਊਟਪੁੱਟ। ਹੁਣ ਇੱਥੇ ਕਿਉਂਕਿ ਦੋ ਡਾਇਓਡ ਲੱਗਿਆ ਤਾਂ ਇਹਨਾਂ ਦਾ ਨਾਮ ਰੱਖ ਦਿੱਤਾ D1 ਔਰ ਦੂਸਰੇ ਡਾਇਓਡ ਦਾ ਨਾਮ ਰੱਖ ਦਿੱਤਾ D2। ਹੁਣ ਰਾਜੇ ਸੇਮ ਸਟੈਪ ਆ, ਪਹਿਲਾਂ ਤੁਸੀਂ ਸਟੈਪ ਨੰਬਰ 1 ਲਿਖ ਲੈਣਾ। ਸਟੈਪ ਨੰਬਰ 1 ਦੇ ਵਿੱਚ ਕੀ ਆ, ਜਦੋਂ ਤੁਸੀਂ ਪੋਜ਼ੀਟਿਵ ਸਿਗਨਲ ਸੈਂਡ ਕੀਤਾ, ਪੋਜ਼ੀਟਿਵ ਸਿਗਨਲ ਸੈਂਡ ਕੀਤਾ। ਫਸਟ ਵਿੱਚ ਕੀ ਆ, ਪੋਜ਼ੀਟਿਵ ਸਿਗਨਲ ਸੈਂਡ ਕੀਤਾ, ਇਟ ਮੀਨਸ ਪ੍ਰਾਇਮਰੀ ਕੋਇਲ ਕੀ ਹੋਏਗੀ, ਪੋਜ਼ੀਟਿਵ। ਦੈਨ ਅਪਰ ਪੋਰਸ਼ਨ ਆਫ ਅ ਸੈਕੰਡਰੀ ਕੋਇਲ, ਸੈਕੰਡਰੀ ਕੋਇਲ ਦਾ ਬੱਚੇ ਅਪਰ ਪੋਰਸ਼ਨ ਕੀ ਹੋਏਗਾ, ਪੋਜ਼ੀਟਿਵ ਐਂਡ ਲੋਅਰ ਪੋਰਸ਼ਨ ਬਿਕਮਸ ਨੈਗੇਟਿਵ। ਹੁਣ ਰਾਜੇ ਅਸੀਂ ਲਾਸਟ ਦੇ ਵਿੱਚ ਵੀਡੀਓ ਦੇ ਵਿੱਚ ਇਹ ਚੀਜ਼ ਪੜ੍ਹ ਚੁੱਕੇ ਹਾਂ ਕਿ ਜਦੋਂ ਪੋਜ਼ੀਟਿਵ ਨੂੰ ਡਾਇਓਡ ਦੇ P ਦੇ ਨਾਲ ਜੋੜਿਆ ਜਾਂਦਾ, ਪੋਜ਼ਿਟਿਵ ਦੇ ਨਾਲ ਹੋਏਗਾ ਅਤੇ ਨੈਗੇਟਿਵ ਦੇ ਨਾਲ ਹੋਏਗਾ ਤਾਂ ਇਹ ਕੀ ਹੋਏਗਾ, ਫਾਰਵਰਡ ਵਾਈਜ਼। ਅਗਰ ਪੋਜ਼ੀਟਿਵ ਨੈਗੇਟਿਵ ਦੇ ਨਾਲ ਹੋਏਗਾ ਔਰ ਨੈਗੇਟਿਵ ਪੋਜ਼ੀਟਿਵ ਦੇ ਨਾਲ ਹੋਏਗਾ ਤਾਂ ਇਹ ਕੀ ਹੁੰਦਾ ਆ, ਰਿਵਰਸ ਵਾਈਜ਼। ਜਿਹੜਾ ਤੁਹਾਡਾ ਡਾਇਓਡ ਆ ਉਹ ਫਾਰਵਰਡ ਵਾਈਜ਼ ਦੇ ਵਿੱਚ ਕੰਮ ਕਰਦਾ ਆ ਔਰ ਰਿਵਰਸ ਵਾਈਜ਼ ਦੇ ਵਿੱਚ ਕੰਮ ਨਹੀਂ ਕਰਦਾ। ਇੰਨੀ ਗੱਲ ਕਲੀਅਰ ਆ। ਹੁਣ ਬੱਚੇ ਆ ਪਿਛਲਾ ਪੋਰਸ਼ਨ ਕੀ ਹੁੰਦਾ, P ਟਾਈਪ, ਔਰ ਜੋ ਅਗਲਾ ਪੋਰਸ਼ਨ ਹੁੰਦਾ ਉਹ ਕੀ ਹੁੰਦਾ, N ਟਾਈਪ। ਸੋ ਦਿਸ ਇਜ਼ P ਟਾਈਪ, N ਟਾਈਪ। ਹੁਣ ਧਿਆਨ ਨਾਲ ਦੇਖੋ ਰਾਜੇ, ਅਪਰ ਪੋਰਸ਼ਨ ਕੀ ਆ, ਪੋਜ਼ਿਟਿਵ ਨਾਲ ਕਨੈਕਟ ਕਰ ਗਿਆ। ਇਹਦਾ ਮਤਲਬ ਪੋਜ਼ਿਟਿਵ ਨਾਲ ਕਨੈਕਟ ਕਰ ਗਿਆ ਤਾਂ ਉੱਪਰ ਵਾਲਾ ਪੋਰਸ਼ਨ ਫਸਟ ਦੇ ਸਟੈਪ ਦੇ ਵਿੱਚ ਕੀ ਆ, ਉੱਪਰ ਵਾਲਾ ਪੋਰਸ਼ਨ ਕੀ ਹੋਏਗਾ, ਫਾਰਵਰਡ ਵਾਈਜ਼। ਔਰ ਨੀਚੇ ਕੀ ਆ, ਨੈਗੇਟਿਵ P ਦੇ ਨਾਲ ਜੁੜ ਗਿਆ ਤਾਂ ਕੀ ਹੋ ਗਿਆ, ਰਿਵਰਸ ਵਾਈਜ਼। ਇਹਦਾ ਮਤਲਬ ਜਦੋਂ ਅਸੀਂ ਪੋਜ਼ੀਟਿਵ ਸਿਗਨਲ ਸੈਂਡ ਕੀਤਾ ਸਿਰਫ D1 ਕੰਮ ਕਰੇਗਾ, D2 ਕੰਮ ਨਹੀਂ ਕਰੇਗਾ।
क्लीयर हो गई इन्नी गल। बच्चों बच्चे आप लाइन टू लाइन भी पढ़ांगे, पहला सिंपल समझ लो। हुण जदों असीं नैगेटिव हाफ साइकिल भेजिया, नैगेटिव हाफ साइकिल भेजांगे मतलब कि प्राइमरी कोइल हुण की बन गया नैगेटिव। ਇਹਦਾ मतलब अपर पोर्शन की बन गया हुण नैगेटिव ते लोअर पोर्शन की बन गया पॉजिटिव। हुण देखो नैगेटिव अपर पोर्शन दा नैगेटिव जिहड़ा आ पी दे नाल जुड़ गया। ਇਹਦਾ मतलब ये की हो गया हुण तुहाडा रिवर्स वाइज, की हो गया तुहाडा रिवर्स वाइज। आ की आ पॉजिटिव जिहड़ा आ पी दे नाल जुड़ गया तो ये की हो गया फॉरवर्ड वाइज। सैकेंड स्टैप दे विच जिहड़ा आ D2 काम करेगा, D1 काम नहीं करेगा। इन्नी चीज़ क्लीयर होगी सब नूं। सो आही चीज़ां बच्चे आप थ्योरेटिकल पोर्शन दे विच लिख देनियां। द AC इनपुट सिग्नल इज फीड टू द प्राइमरी कोइल ऑफ ट्रांसफॉर्मर द P रीजन, जिहड़ा P रीजन होएगा ऑफ बोथ डायोड D1 दा एंड D2 आर कनैक्टेड टू द टू एंड ऑफ द ਸਕੈਂਡਰੀ ਕੋਇਲ ਦੇ ਦੋਨੋਂ ਐਂਡਸ ਦੇ ਨਾਲ ਕੀ ਆ ਕਨੈਕਟ ਕੀਤਾ ਹੋਇਆ, ਜੁੜਿਆ ਹੋਇਆ। ਦ ਲੋਡ ਰੈਜ਼ਿਸਟੈਂਸ RL ਇਜ਼ ਕਨੈਕਟਡ ਬਿਟਵੀਨ ਟੂ ਕਾਮਨ ਪੁਆਇੰਟਸ। ਹੁਣ ਜਿਹੜਾ ਲੋਡ ਰੈਜ਼ਿਸਟੈਂਸ ਆ ਕਹਿੰਦੇ ਦੋ ਕਾਮਨ ਪੁਆਇੰਟ, ਉਹ D1 ਦੇ ਨਾਲ ਵੀ ਦੋਨਾਂ ਪਾਸਿਓਂ ਜੁੜਿਆ ਹੋਇਆ ਔਰ D2 ਦੇ ਨਾਲ ਵੀ ਦੋਨੋਂ ਪਾਸੇ ਜੁੜਿਆ ਹੋਇਆ। ਸੋ ਇੱਕ ਕਾਮਨ ਪੁਆਇੰਟ ਦੇ ਨਾਲ ਜਿਹੜਾ ਇਹ ਜੁੜਿਆ ਹੋਇਆ ਆ। of n side of a diode and a central tap S of the secondary coil output voltage is obtained across load resistance RL। इस करके जिद्दां ही असी टैप करांगे सेंट्रल टैप जिहड़ी आ उन्नू ऑन करांगे, मतलब कि आ वाला पोर्शन नू जदों बच्चे ऑन करांगे चाहे फर्स्ट पॉइंट होवे तां D1 काम करेगा तां भी लोड रजिस्टेंस दे क्रॉस आउटपुट आ जाएगी। सैकेंड स्टैप होएगा तो D2 जिहड़ा काम करेगा तां भी सानू लोड रजिस्टेंस दे अक्रॉस जिहड़ी आ आउटपुट मिल जाएगी। हुण आपां वर्किंग बहुत केयरफुली पढ़दे हां। वैन पॉजिटिव हाफ साइकिल, सो बच्चे इनू स्टैप 1 भी तुसीं लिख सकदे आ, आ पोर्शन नू लिख सकदे आ स्टैप 1। स्टैप 1 की हैडिंग बना के बच्चे आ हैडिंग लिख देना, दैन स्टैप 2 करूँगे तो आ वाला हैडिंग लिख देना। स्टैप वाइज लर्न कर लूँगे तो राजी थानू जिहड़ा आ लिखना भी सौखा हो जाएगा और एग्जामिनर नू पेपर चैक करना भी ईजी हो जाएगा कि स्टैप 1 आह आ तो स्टैप 2 आह आ। हुण स्टैप 1 दे विच देखो की होएगा वैन पॉजिटिव हाफ साइकिल। हुण सानू पता कि इस तरीके दी साडी वेव आ, जदों असीं पॉजिटिव हाफ साइकिल भेजिया सिग्नल फ्लोइंग थ्रू द प्राइमरी कोइल। सब तो पहला की हो गया प्राइमरी कोइल दे विचों सिग्नल पास होया। इंड्यूस्ड EMF इज सैटअप अक्रॉस द ਸਕੈਂਡਰੀ कोइल दे अंदर इंड्यूस्ड EMF सैटअप हो गया ड्यू टू द म्यूचुअल इंडक्शन करके। Let the direction of induced EMF be set such that the upper end of the secondary coils become positive। जे असी पॉजिटिव हाफ भेजिया तो upper end की हो जाएगा राजे पॉजिटिव ते lower end की हो जाएगा नेगेटिव and lower end becomes negative। This makes diode D1 is a forward wise, क्योंकि इत्थे बच्चे डायोड किहड़ा लग्या होया सी तुहाडा D1। हुण पॉजिटिव P टाइप नाल जुड़ गया तो की हो गया फॉरवर्ड वाइज हो गया। इधर नैगेटिव जिहड़ा आ P दे नाल जुड़ गया तो लोअर पोर्शन विच D2 की हो गया रिवर्स वाइज। सानू पता जदों डायोड फॉरवर्ड वाइज च हुंदा उदों ही काम करदा, उदों ही कंडक्ट करेगा, अदरवाइज ये कंडक्ट नहीं करेगा। द करंट ड्यू टू डायोड D1 फ्लोज थ्रू द सर्किट इन द डायरेक्शन शोन बाय एरो। हुण आपां एरोज देख लैंदे राजे किद्दां फ्लो हो रहा। द आउटपुट वोल्टेज विल बी ऑबटेन्ड अक्रॉस लोड रजिस्टेंस RL। सो इदां करके D2 ने हुण काम नहीं करना, सिर्फ D1 ने ही काम करना आ। D1 करके राजे तुहाडा जिहड़ा आ लोड रजिस्टेंस के अक्रॉस तुहानूं करंट मिल जाएगा। सो इस तरह नाल असीं जिहड़े एरोज आ वो ड्रॉ कर देने। क्लीयर हो गया, मतलब कि एंटी क्लॉकवाइज जिहड़ा तुहाडा करंट फ्लो होना स्टार्ट हो जाएगा। इस करंट नहीं फ्लो होएगा क्योंकि इन्हें कंडक्ट नहीं किया, सिर्फ और सिर्फ D1 ही कंडक्ट करेगा। सो D1 करके जिहड़ा तुहाडे लोड रजिस्टेंस के अक्रॉस आउटपुट मिल जाएगी। हुण आ जाओ जी स्टैप सैकेंड ते। हुण स्टैप सैकेंड दे विच की करना है स्टैप 2 दे विच असीं नैगेटिव हाफ साइकिल की गल करनी आ। ड्यूरिंग नैगेटिव हाफ साइकिल AC सिग्नल इनपुट डायोड D1 रिवर्स वाइज हो जाएगा एंड डायोड D2 की हो जाएगा फॉरवर्ड वाइज हो जाएगा। क्यों होएगा? जिद्दां ही नैगेटिव हाफ साइकिल असीं भेजिया तो प्राइमरी कोइल दा बच्चे अपर पोर्शन हाँ नैगेटिव आ तो सकैंडरी का अपर पोर्शन की हो गया नैगेटिव तो लोअर पोर्शन की हो गया पॉजिटिव। उत्ते की सी डायोड का P टाइप तो नीचे भी P। सो पॉजिटिव जिहड़ा नैगेटिव ना जुड़ गया तो आ की हो गया रिवर्स वाइज, पॉजिटिव ना जुड़ गया तो आ की हो गया फॉरवर्ड वाइज। ਇਹਦਾ मतलब D2 काम करेगा, D1 काम नहीं करेगा। सो D1 की हो गया रिवर्स वाइज तो D2 की हो गया फॉरवर्ड वाइज। द करंट ड्यू टू द डायोड D2 फ्लोज थ्रू द सर्किट इन
ਅ ਡਾਇਰੈਕਸ਼ਨ ਸ਼ੋਨ ਬਾਏ ਦਾ ਐਰੋ। ਹੁਣ ਜਿੱਦਾਂ ਐਰੋ ਬੱਚੇ ਸ਼ੋ ਕੀਤੇ ਆ ਉੱਦਾਂ ਅਸੀਂ ਐਰੋਜ਼ ਸ਼ੋ ਕਰ ਦੇਣੇ ਆ। ਐਂਡ ਆਊਟਪੁੱਟ ਵਿਲ ਬੀ ਓਬਟੇਨਡ ਅਕ੍ਰੋਸ ਲੋਡ ਰੈਜ਼ਿਸਟੈਂਸ ਆਰ ਐਲ। ਆ ਹੋ ਗਿਆ ਬੱਚੇ ਤੁਹਾਡਾ ਸੈਕਿੰਡ ਸਟੈਪ। ਹੁਣ ਸੈਕਿੰਡ ਸਟੈਪ ਦੇ ਬੱਚੇ ਦੇਖ ਲਓ ਕਿ ਇਸ ਤਰੀਕੇ ਨਾਲ ਜਿਹੜਾ ਤੁਹਾਡਾ ਕਰੰਟ ਫਲੋ ਹੋਏਗਾ। ਸੋ ਦਿਸ ਇਜ਼ ਆਲਸੋ ਐਂਟੀ ਕਲੌਕਵਾਈਜ਼ ਡਾਇਰੈਕਸ਼ਨ। ਉੱਪਰ ਕੀ ਸੀ ਬੱਚੇ ਤੁਹਾਡਾ ਕਲੌਕਵਾਈਜ਼, ਉੱਪਰ ਕੀ ਸੀ ਕਲੌਕਵਾਈਜ਼, ਔਰ ਲੋਅਰ ਐਂਡ ਤੇ ਕੀ ਹੋਏਗਾ ਐਂਟੀ ਕਲੌਕਵਾਈਜ਼। ਠੀਕ ਆ ਜੀ, ਦੋਨੋਂ ਡਾਇਰੈਕਸ਼ਨ ਜਿਹੜੀ ਆ ਅਲੱਗ-ਅਲੱਗ ਆ। ਕਲੀਅਰ ਹੋ ਗਿਆ। ਹੁਣ ਨੈਕਸਟ ਆ ਜਾਓ। ਸਿੰਸ ਬੋਥ ਦ ਹਾਫ ਆਫ ਇਨਪੁਟ AC ਆਰ ਅਵੇਲੇਬਲ ਇਨ ਦ ਆਊਟਪੁੱਟ ਇਨ ਅ ਰੈਕਟੀਫਾਇਰ ਫॉर्म द जंक्शन डायोड इज फुल वेव रैक्टीफायर। सो ये फुल वेव रैक्टीफायर की तरह एक्ट करेगा। जे आप बच्चे पैरा तुसी लिखना है तो लिख दो, नहीं लिखोगे तो भी चलेगा। हुण देखो फर्स्ट डायोड की गल की D1 की गल की इस तरीके का जी थोड़ी वेव फॉर्म आ वेव फॉर्म कि D2 की D2 की। सो नेगेटिव पॉजिटिव। सो बच्चे आ डॉटेड लाइनस विच बना लेना ताकि सानू ग्राफ बनाना ईजी हो जाए। हुण फर्स्ट विच D1 फॉरवर्ड वाइज आ, इस करके बच्चे पॉजिटिव आ तो पॉजिटिव आउटपुट आ गई। D2 की सी रिवर्स वाइज, तो रिवर्स वाइज काम नहीं करता, उसकी आउटपुट नहीं आई। सैकेंड फेज दे विच की हो गया D1 की हो गया रिवर्स वाइज, नैगेटिव च चला गया तो इन्हें काम नहीं करना। D2 की हो गया फॉरवर्ड वाइज दे विच तुहानू आउटपुट मिल गई दिस वन। अगेन D1 फॉरवर्ड वाइज हो गया, फिर D2 फॉरवर्ड वाइज हो गया। करते करांदे सानू सारी दी सारी आउटपुट जिहड़ी आ मिल रही आ। आउटपुट की आ पॉजिटिव च मिल रही है, इनू कहने आ फुल वेव रैक्टीफायर। इसकी एडवांटेज की आ, इन फुल वेव रैक्टीफायर आउटपुट इज कॉन्टीन्यूस। सो आउटपुट सानू की मिल रही है, कॉन्टीन्यूसली आउटपुट मिल रही है। सो इट्स एफिशिएंसी इज मोर दैन द हाफ वेव रैक्टीफायर। सो इसकी एफिशिएंसी राजे ज़्यादा होएगी हाफ वेव के नालों, क्योंकि हाफ वेव च सानू इस तरीके की जिहड़ी आ वेव्स मिलदियां सी हाफ च। सो इहदे नालों जिहड़ी आ फुल वेव की एफिशिएंसी आ कम करन दी कैपेसिटी आ वो की होएगी ज़्यादा होएगी। डिसएडवांटेज की आ, द आउटपुट इज़ अगेन फ्लक्चुएटिंग। जिहड़ी आउटपुट आ वो फ्लक्चुएट कर सकती आ। सो नैक्सट आ जाओ एक्सप्रैशन फॉर DC वोल्टेज। अदरवाइज बच्चे एक्सप्रैशन जिहड़ा आ पंजाब बोर्ड दे विच नहीं पुछया जाता। ठीक है, अगर तुसी इनू स्किप भी करके जाओगे बच्चे इत्थे तक भी एडवांटेज तक भी लिख के आओगे, ग्राफ बना के आओगे, डायग्राम बना के आओगे, 100% श्योर आ तुहानू फुल मार्क्स मिलणगे। सो बच्चे अकॉर्डिंग टू ओम्स लॉ V के इक्वल आ, V इज इक्वल्स टू IR। सो V की जगह पर की आ गया आउटपुट DC और I की जगह पर की आएगा मीन लोड करंट, R की है थोड़ा लोड रेजिस्टेंस RL। सो असी पुट कर दिता RL IDC की वैल्यू कि इक्वल होंगी 2I डिवाइडेड बाय पाई। सो I नॉट की आ मैक्सीमम वैल्यू आ। सो बच्चे IDC की जगह पर असी की पुट किया 2I नॉट डिवाइडेड बाय पाई। सो ये आ गया थोड़ा voltage at DC. So output DC voltage in case of a full wave rectifier is a twice the output DC voltage in case of a half wave rectifier. क्लियर हो गया जी। सो एक्सप्रैशन अगर तुसी स्किप करना चाहते हैं पंजाब बोर्ड वाले स्टूडेंट्स तो स्किप कर सकते हैं, अदरवाइज CBSE दे विच इंपॉर्टेंट आ। सो लास्ट दे विच बच्चे दिनेश ने हर एक दी एक नोटिस लिखिया हुंदा जो इंपॉर्टेंट है। बाई चांस तुहाडे 1 मार्क्स के क्वेश्चन आते हैं, MCQs आते हैं, फिलिंग द ब्लैंक आते हैं, उहदे विच जिहड़ी आ ये लाइनस बहुत इंपॉर्टेंट आ ਜਿਹੜੇ ਤੁਹਾਡੇ ਕਾਫੀ ਹੈਲਪ ਹੋ ਸਕਦੀ ਆ। ਫॉर अ हाफ वेव रेक्टिफायर द फ्रीक्वेंसी ऑफ आउटपुट करंट इज इक्वल टू द फ्रीक्वेंसी ऑफ इनपुट सप्लाई। सो हाफ वेव ਦੇ ਵਿੱਚ ਬੱਚੀ ਤੁਹਾਡੀ ਫ੍ਰੀਕੁਐਂਸੀ ਸੇਮ ਰਹਿੰਦੀ ਆ। ਫੁੱਲ ਵੇਵ ਦੇ ਵਿੱਚ ਕੀ ਹੁੰਦਾ ਫ੍ਰੀਕੁਐਂਸੀ ਆਫ ਆਊਟਪੁੱਟ ਕਰੰਟ ਟਵਾਈਸ ਹੋ ਜਾਂਦੀ ਆ ਫ੍ਰੀਕੁਐਂਸੀ ਆਫ ਇਨਪੁੱਟ। ਸੋ ਲਾਸਟ ਦੇ ਵਿੱਚ ਜਿਹੜਾ ਬੱਚੀ ਸਾਡਾ ਆਨਸਰ ਆਇਆ ਉਹਦੇ ਨਾਲ 2 ਆ ਗਿਆ, ਇਹਦਾ ਮਤਲਬ ਟਵਾਈਸ ਹੋ ਜਾਂਦੀ ਆ। ਸੋ ਇਹ ਨੌਲੇਜ ਵਾਲੀਆਂ ਚੀਜ਼ਾਂ ਆ ਜਿਹੜੀਆਂ ਨੋਟਸ ਦੇ ਵਿੱਚ ਲਿਖੀਆਂ ਜਾਂਦੀਆਂ, ਇਹਨਾਂ ਨੂੰ ਨੋਟ ਕਰ ਲਿਆ ਕਰੋ। ਸੋ ਇੱਥੇ ਤੱਕ ਬੱਚੇ ਸਾਡਾ ਸਾਰੇ ਦਾ ਸਾਰਾ ਜਿਹੜਾ ਸਿਲੇਬਸ ਆ ਉਹ ਕੰਪਲੀਟ ਹੁੰਦਾ ਆ। सो +2 का कोई भी टॉपिक इदा का नहीं है जो साडा पेंडिंग आ। सो सिलेबस साडा कंप्लीट आ। सो बच्चे नैक्सट असी स्टार्ट करांगे रिविजन। सो रिविजन दे लई बच्चे चैनल नू मैक्सीमम शेयर कर दो जिन्ना तुसी शेयर कर सकते हैं। वीडियो नू जांदे जांदे लाइक कर जो। अगर चैनल ते फर्स्ट टाइम आए हो तो चैनल नू सबसक्राइब करना ना भुलना। थैंक यू सो मच।